साहिबा ते कोई जगह नहीं खाली। गगन पताल रमिया विच भीतर तू हर पत्ते हर डाली। चंद सूरज तारियां दा मंडल तू कैसी जोत जगाई। खोल कवाड़ जोड़ लै चरनी तेरे दर ते खड़े सवाली। आपे कंडा तोल तराजी आपे तोलनहारा। आपे देखा आपे बूझै आपे है वणजारा। अंदला नीच जात परदेसी खिन आवै तिल जावै। ताकि संगत नानक रहिंदा क्यों कर मूड़ा पावै। अपर अपार तेरी महिमा मालका कथने तो बारी है। सारे संसार दे पेरत पालका लीला ही न्यारी है। जिन्ना तैनू गाया जन्म सवारिया तेरे खाई लाज है। तेरा जस गाउण लई जन्म तारिया ना कोई होर काज है। पर तेरी महिमा मालका कथने तो बारी है। सारे संसार दे पेरत पालका लीला ही न्यारी है। जिन्ना तैनू गाया जन्म सवारिया तेरे खाई लाज है। तेरा जस गाउण लई जन्म तारिया ना कोई होर काज है। बात तेरी तां अचरज है ना ही गोज खुलदा। पाली जावे आपे अपने फरज है तेरा तां नहीं भुलदा। थम्मा बाजो जिवें गगन खलारिया ना लगाया राज है। तेरा जस गाउण लई जन्म धारिया ना कोई होर काज है। लावे अंदाजा किस तरह पुरानी है तेरे कारोबार दा। 2.5 गुणा मिट्टी तो वधेरे पानी है डोबदा न तारदा। किवें तू समेर काढ़ के खलारिया जो तुला तो बाज है। तेरा जस गाउण लई जन्म धारिया ना कोई होर काज है। योग के हजारां बूटियां असर विखाउंदियां। रस विचों बनदे ने टीके टूटियां जो रोगां नूं गवाउंदियां। ओ सकदा लकाउण तेरा पारा वारिया सुंदर रिवाज है। ओ सुंदर रिवाज है। तेरा जस गाउण लई जन्म धारिया ना कोई होर काज है। दलावरी सिरां च अकलां तू जिन्ना दे भरदे। पूजा जोग जांदियां ने हो शकलां जिन्ना ते मेर करदा। ओ भला च बख्श देवे गुनाहगारिया पाल के लहाज है। तेरा जस गाउण लई जन्म धारिया ना कोई होर काज है। खजाना तेरा जोग बीत गए लोक खाई जांदे ने बई लोक खाई जांदे ने। पता नहीं किन्ने की उमरां बतीत गए होर आई जांदे ने। खाना वक्खो वखरा जगत खारिया। खाना वक्खो वखरा जगत खारिया जेहो जा समाज है। तेरा जस गाउण लई जन्म धारिया ना कोई होर काज है। महका ते रंगीनियां सुंदर ताइयां जो बचपन जवानियां। झक्खड़ हनेरे ते रुशनाइयां जो मर्द जनानियां। सब विच तेरा ही है नूर प्यारिया तेरे ते ही नाज है।
ਤੇਰਾ ਜਸ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ। ਸੰਸਾਰ ਵਿੱਚ ਖੂਬ ਰੰਗਣਾ ਲਾਈਆਂ ਸੰਸਾਰ ਵਿੱਚ ਖੂਬ ਰੰਗਣਾ ਸੂਰਜ ਤੇ ਚੰਦ ਨੇ ਮੀਂਹਾਂ ਦਰਿਆਵਾਂ ਅਤੇ ਘਣੇ ਜੰਗਲਾਂ ਖੇਡ ਤੇ ਆਨੰਦ ਨੇ। ਵੰਡ ਦਾ ਕੋਈ ਦਾਨ ਤੇ ਕੋਈ ਲੁੱਟ ਖਾਰਿਆ ਲੈਂਦਾ ਕੋਈ ਖਰਾਜ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ। ਜਗਤ ਤਮਾਸ਼ਾ ਕੇ ਸਚਾਈ ਪਾਤਸ਼ਾਹ ਤੇਰੀ ਤੂੰ ਹੀ ਜਾਣਦਾ ਭਾਵੇਂ ਹੈ ਲੋਕਾਈ ਚ ਖੁਦਾਈ ਪਾਤਸ਼ਾਹ ਕੋਈ ਨਹੀਂ ਤੇਰੇ ਹਾਣ ਦਾ। ਸੱਜਣ ਤੇ ਕੌਡਾ ਸਾਧਨਾ ਸੁਧਾਰਿਆ ਸੱਜਣ ਤੇ ਕੌਡਾ ਸਾਧਨਾ ਸੁਧਾਰਿਆ ਛੱਡ ਇਤਰਾਜ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ। ਰੰਗ ਵੇਖੇ ਬਹੁ ਆਨੰਦ ਮਾਣੇ ਨੇ ਤੇਰੇ ਰੰਗੀ ਕੋਲ ਕੇ ਰਹਿੰਦੇ ਵੀ ਸਵਾਸ ਤੇਰੇ ਲੇਖੇ ਲਾਣੇ ਨੇ ਦੌੜੀਏ ਨਾ ਭੁੱਲ ਕੇ। ਤੇਰੇ ਸਦਕਾ ਹੀ ਸਾਡਾ ਸਤਕਾਰ ਹੈ ਬੈਂਕਾਂ ਦਾ ਮਥਾਜ ਹੈ ਉਹ ਬੈਂਕਾਂ ਦਾ ਮਥਾਜ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ। ਵਿਸਰ ਨਾਹੀਂ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਬੰਦਾ ਪੈਦਾ ਹੀ ਸ਼ੁੱਧ ਬਰਾਏ ਬੰਦਗੀ ਖੁਸ਼ ਅਲਾਜੇ ਹਸਤ ਬਹਾਰੇ ਜ਼ਿੰਦਗੀ ਦੌਲਤੇ ਜਾਵੇਦ ਬਾਸ਼ਦ ਬੰਦਗੀ ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ ਸਦਕਾ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਵਿਖੇ ਸਜ ਰਹੇ ਦੀਵਾਨ ਵਿੱਚ ਜਿਤਨੇ ਕਿ ਵੀ ਸਰੀਰਾਂ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ ਤੁਸੀਂ ਜ਼ਿੰਦਗੀ ਦੀ ਮਸ਼ਰੂਫੀਅਤ ਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਪਿਆਰ ਹਿੱਤ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚੇ ਹੋ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਆਪ ਜੀ ਨੂੰ ਔਰ ਆਪ ਜੀ ਦੇ ਪਰਿਵਾਰਾਂ ਨੂੰ ਸਮੁੱਚੇ ਸੰਸਾਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਕੇ ਸਾਡੇ ਤੇ ਰਹਿਮਤ ਕਰਨ। ਆਓ ਸਮਾਂ ਇੰਨਾ ਜ਼ਿਆਦਾ ਨਹੀਂ, ਸੀਮਤ ਸਮੇਂ ਵਿੱਚ ਕੁਝ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਜਾਣ। ਉਹਦੇ ਵਾਸਤੇ ਸਰਬੱਤ ਮਾਈ ਭਾਈ ਸਭ ਤੋਂ ਪਹਿਲਾਂ ਫਤਿਹ ਬੁਲਾਓ। ਕਿਰਪਾ ਕਰੋ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਅਤੀ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ ਦਿੱਲੀ ਵਾਲੇ ਉਹ ਸਤਿਗੁਰਾਂ ਦੇ ਪਾਵਨ ਸ਼ਬਦ ਦੀ ਵਿਆਖਿਆ ਰਾਹੀਂ ਜ਼ਿੰਦਗੀ ਦਾ ਮੇਨ ਮਨੋਰਥ ਜੋ ਇਸ ਸੰਸਾਰ ਤੇ ਆਉਣਾ ਹੈ ਵਾਹਿਗੁਰੂ ਦੀ ਪ੍ਰਾਪਤੀ ਉਹਦੇ ਸੰਬੰਧੀ ਬਾਦਲੀਲ ਆਪ ਜੀ ਨਾਲ ਗੱਲਬਾਤ ਕਰ ਰਹੇ ਸਨ। ਕਿਉਂਕਿ ਜਿੰਨਾ ਚਿਰ ਮਨੁੱਖ ਦੇ ਸਾਹਮਣੇ ਕੋਈ ਰੋਸ਼ਨੀ ਨਾ ਹੋਵੇ ਕੋਈ ਰਸਤਾ ਨਾ ਹੋਵੇ ਉਹ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਇਸ ਕਰਕੇ ਸਤਿਗੁਰਾਂ ਦੀ ਬਾਣੀ ਇਹ ਸਾਨੂੰ ਸਾਡੀ ਮੰਜ਼ਿਲ ਦਰਸਾਉਂਦੀ ਹੈ। ਇਸ ਮੰਜ਼ਿਲ ਤੇ ਚੱਲਣ ਵਾਸਤੇ ਸਾਨੂੰ ਸਤਸੰਗ ਵਿੱਚ ਆਉਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਇਹ ਇੱਕ ਐਸਾ ਸਕੂਲ ਹੈ, ਇਹ ਇੱਕ ਐਸਾ ਕਾਲਜ ਹੈ, ਇੱਕ ਐਸਾ ਸਥਾਨ ਹੈ ਜਿੱਥੋਂ ਸਾਨੂੰ ਜੀਵਨ ਦੀ ਪ੍ਰੇਰਨਾ ਮਿਲਦੀ ਹੈ ਤੇ ਉਹ ਪ੍ਰੇਰਨਾ ਸਾਡੇ ਜੀਵਨ ਦਾ ਹਿੱਸਾ ਹੋ ਨਿਬੜਦੀ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਮੁੱਢਲੇ ਸ਼ਬਦਾਂ ਵਿੱਚ ਕਿਹਾ ਸੀ, ਭਾਈ ਮਰਦਾਨਿਆ ਇੱਕ ਅੰਮ੍ਰਿਤ ਵੇਲਾ ਨਹੀਂ ਗਵਾਉਣਾ, ਦੂਜਾ ਕੇਸ ਨਹੀਂ ਕਤਲ ਕਰਾਉਣੇ, ਤੀਸਰਾ ਸਤ ਸੰਗਤ ਚੰਗੇ ਗੁਰਸਿੱਖਾਂ ਦੀ ਸੰਗਤ ਨਾਮ ਬਾਣੀ ਪੜ੍ਹਨ ਵਾਲਿਆਂ ਦੀ ਸੰਗਤ ਰੋਜ਼ਾਨਾ ਕਰਨੀ ਹੈ। ਉਹਦਾ ਭਾਵ ਇਹ ਸੀ ਕਿ ਚੰਗੇ ਵਿਚਾਰਾਂ ਨੂੰ ਜਿਹੜਾ ਬਲ ਹੈ ਉਤਸ਼ਾਹ ਮਿਲਦਾ ਰਹੇ। ਸੋ ਆਪ ਜੀ ਨੇ ਉਹਨਾਂ ਪਾਸੋਂ ਕਥਾ ਵਿਚਾਰ ਸਰਵਣ ਕੀਤੇ ਨੇ। ਆਓ ਹੁਣ ਇਤਿਹਾਸਿਕ ਵਿਚਾਰਾਂ ਕਰਨ ਦਾ ਸਮਾਂ ਹੈ। ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਕਮੇਟੀ ਦਾ ਔਰ ਬੜੇ ਪ੍ਰੇਮ ਨਾਲ ਕੱਲ ਤੋਂ ਇਸ ਸਥਾਨ ਤੇ ਦੀਵਾਨ ਸ਼ੁਰੂ ਹੋਏ ਨੇ। ਆਪ ਜੀ ਹੌਲੀ ਹੌਲੀ ਆ ਕੇ ਦਰਸ਼ਨ ਦੀਦਾਰ ਕਰਕੇ ਆਪਣੀ ਪ੍ਰੀਤ ਦਾ ਵੀ ਇਜ਼ਹਾਰ ਕਰ ਰਹੇ ਹੋ ਔਰ ਨਾਲ ਨਾਲ ਜਿਹੜੇ ਰੂਲ ਨੇ ਉਹਨਾਂ ਦੀ ਵੀ ਆਪਾਂ ਪਾਲਣਾ ਕਰਨੀ ਹੈ। ਸਰਦਾਰ ਮਹਿੰਦਰ ਸਿੰਘ ਜੀ ਉੱਪਲ ਸਾਹਿਬ ਸਾਡੇ ਵਿਚਾਰਾਂ ਦੇ ਕੋ ਕਦਰਦਾਨ ਨੇ।
ਔਰ ਅਕਸਰ ਅੱਗੇ ਵੀ ਉਹ ਟੈਲੀਫੋਨ ਰਾਹੀਂ ਸਾਡਾ ਹੌਸਲਾ ਵਧਾਉਂਦੇ ਰਹਿੰਦੇ, ਆਪ ਆਣ ਕੇ ਮਿਲਦੇ ਰਹਿੰਦੇ ਨੇ। ਉਹਨਾਂ ਵੱਲੋਂ ਬੱਚਿਆਂ ਦੇ ਮਾਣ ਵਿੱਚ ਬੇਅੰਤ ਹੌਸਲਾ ਅਫਜ਼ਾਈ ਆਈ ਹੈ, ਮੈਂ ਧੰਨਵਾਦੀ ਹਾਂ। ਔਰ ਅੱਜ ਦੇ ਦੀਵਾਨ ਵਿੱਚ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਜਿਨ੍ਹਾਂ ਦਾ ਜਨਮ ਦਿਨ ਸਮੁੱਚੀ ਕੌਮ ਨੇ ਆਪਣੇ ਹਿਸਾਬ ਨਾਲ ਬੜੇ ਉਤਸ਼ਾਹ ਪਿਆਰ ਨਾਲ ਮਨਾਇਆ, ਕਿਉਂਕਿ ਕੁਝ ਲੋਕ ਇਸ ਤਰ੍ਹਾਂ ਦੇ ਪੈਦਾ ਹੁੰਦੇ ਨੇ ਜਿਹੜੇ ਆਮ ਸੰਸਾਰ ਦਾ ਹਿੱਸਾ ਬਣ ਕੇ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਦੇ ਦੁਆਲੇ ਲਾ ਕੇ ਫਿਰ ਮਰਨ ਲੱਗਿਆਂ ਉਹਨਾਂ ਵਿੱਚੋਂ 99% ਬੰਦਿਆਂ ਦੇ ਮਨ ਅੰਦਰ ਪਛਤਾਵਾ ਹੁੰਦਾ ਹੈ, ਕਿਉਂਕਿ ਉਸ ਵਕਤ ਇਨਸਾਨ ਨੂੰ ਸੋਝੀ ਆ ਜਾਂਦੀ ਹੈ ਕਿ ਜੀਵਨ ਦਾ ਬਸ ਵੱਡਾ ਹਿੱਸਾ ਜਿਹੜਾ ਉਹ ਵਿਅਰਥ ਗਿਆ। ਆਮ ਇਨਸਾਨ ਦੀ ਗੱਲ ਤਾਂ ਛੱਡੋ, ਜਿਸ ਬੰਦੇ ਨੂੰ ਸਾਰੀ ਕੁਰਾਨ ਜ਼ੁਬਾਨੀ ਕੰਠ ਸੀ ਔਰ 5 ਵਕਤ ਦੀ ਨਮਾਜ਼ ਉਹਨੇ ਕਦੇ ਮੈਦਾਨ ਵਿੱਚ ਵੀ ਨਹੀਂ ਸੀ ਖੰਜਾਈ, ਉਸ ਬੰਦੇ ਨੂੰ ਵੀ ਅਖੀਰ ਤੇ ਜਾ ਕੇ ਪਤਾ ਲੱਗ ਗਿਆ ਸੀ ਵੀ ਮੈਂ ਜੋ ਕੁਝ ਕਰਨ ਵਾਸਤੇ ਆਇਆ ਉਹ ਨਹੀਂ ਹੋਇਆ। ਤੇ ਉਹਨੇ ਪਛਤਾਵੇ ਦੀ ਚਿੱਠੀ ਦੀ ਪਹਿਲੀ ਲਾਈਨ ਇਹ ਲਿਖੀ ਸੀ ਕਿ ਮੈਂ ਸਾਰੀ ਜ਼ਿੰਦਗੀ ਕੋਈ ਨੇਕ ਕੰਮ ਨਹੀਂ ਕਰ ਸਕਿਆ। ਦੂਸਰੀ ਸਤਰ ਉਹਨੇ ਇਹ ਲਿਖੀ ਸੀ ਕਿ ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ। ਬੜਾ ਹੈਰਾਨ ਹੁੰਦਾ ਬੰਦਾ ਪੜ੍ਹ ਕੇ, ਸੰਸਾਰ ਅੰਦਰ ਜੇ ਕੋਈ ਸਭ ਤੋਂ ਵੱਡਾ ਮਰਤਬਾ ਹੈ ਤੇ ਉਹ ਬਾਦਸ਼ਾਹ ਦਾ ਹੁੰਦਾ ਹੈ, ਕਿਸੇ ਦੇਸ਼ ਦਾ ਬਾਦਸ਼ਾਹ ਬਣ ਜਾਣਾ। ਪਰ ਇੱਕ ਬਾਦਸ਼ਾਹ ਮਰਨ ਲੱਗਾ ਆਪਣੇ ਮਨ ਦੀ ਹਾਲਤ ਬਿਆਨ ਕਰਦਾ ਲਿਖਦਾ ਵੀ ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਏ। ਉਹ ਕਹਿੰਦਾ ਹਰ ਬਾਦਸ਼ਾਹ ਦੀ ਕੁਰਸੀ ਦੇ ਪਾਵਿਆਂ ਥੱਲੇ ਅਨੇਕਾਂ ਬਦੋਸ਼ੀਆਂ ਦੇ ਸਿਰ ਲੱਗੇ ਹੁੰਦੇ ਆ। ਯਾਨੀ ਸੰਸਾਰ ਦਾ ਵੱਡਾ ਹਿੱਸਾ ਅਖੀਰ ਤੇ ਜਾ ਕੇ ਪਛਤਾਉਂਦਾ ਹੈ। ਲੇਕਿਨ ਕੁਝ ਬੰਦੇ ਇਸ ਤਰ੍ਹਾਂ ਦੇ ਪੈਦਾ ਹੁੰਦੇ ਨੇ ਜਿਹੜੇ ਆਪਣੇ ਜੀਵਨ ਨੂੰ ਆਪਣੀ ਕੌਮ ਤੋਂ ਨਿਸ਼ਾਵਰ ਕਰਕੇ ਔਰ ਖੁਸ਼ੀ ਪ੍ਰਾਪਤ ਕਰਦੇ ਨੇ। ਬੇਸ਼ੱਕ ਵੇਖਣ ਨੂੰ ਉਹ ਕਾਲ ਕੋਠੜੀਆਂ ਵਿੱਚ ਹੁੰਦੇ ਨੇ, ਬਾਹਰੀ ਤੌਰ ਤੇ ਉਹਨਾਂ ਦੇ ਪੈਰਾਂ ਵਿੱਚ ਲੋਹੇ ਦੀਆਂ ਹੱਥਕੜੀਆਂ ਜੰਜੀਰਾਂ ਲੱਗੀਆਂ ਹੁੰਦੀਆਂ ਨੇ ਔਰ ਜ਼ਿੰਦਗੀ ਦਾ ਵੱਡਾ ਹਿੱਸਾ, ਜਵਾਨੀ ਵਾਲਾ ਹਿੱਸਾ ਉਹਨਾਂ ਦਾ ਕਾਲ ਕੋਠੜੀ ਵਿੱਚ ਬਤੀਤ ਹੋ ਜਾਂਦਾ ਹੈ। ਪਰ ਉਹਨਾਂ ਦੇ ਚਿਹਰਿਆਂ ਤੇ ਕਦੇ ਕੋਈ ਉਦਾਸੀ ਨਹੀਂ ਹੁੰਦੀ, ਕਿਉਂਕਿ ਅੰਦਰੂਨੀ ਤੌਰ ਤੇ ਉਹਨਾਂ ਨੂੰ ਆਪਣੇ ਕੀਤੇ ਹੋਏ ਕੰਮ ਉੱਤੇ ਮਾਣ ਹੁੰਦਾ ਹੈ। ਉਹਨਾਂ ਵਿੱਚੋਂ ਸਰਦਾਰ ਜਗਤਾਰ ਸਿੰਘ ਹਵਾਰਾ ਹੈ, ਜਿਸ ਬੰਦੇ ਨੇ ਕਦੇ ਵੀ ਨਿਰਾਸ਼ਾ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ। ਵੀਰ ਦਿਲਬਾਗ ਸਿੰਘ ਜੀ ਜਿਹੜੇ ਕਥਾ ਕਰ ਰਹੇ ਸੀ, ਇਹਨਾਂ ਨੂੰ ਬਹੁਤ ਵਾਰੀ ਤਿਹਾੜ ਜੇਲ੍ਹ ਵਿੱਚ ਜਾਣ ਦਾ ਮੌਕਾ ਮਿਲਦਾ ਹੈ, ਕਿਉਂਕਿ ਜਦੋਂ ਕੋਈ ਗੁਰਪੁਰਬ ਹੁੰਦਾ ਹੈ ਉੱਥੇ ਫਿਰ ਉਹ ਸਿੱਖ ਗ੍ਰੰਥੀਆਂ ਨੂੰ, ਕੀਰਤਨ ਵਾਲਿਆਂ ਨੂੰ ਸੱਦਦੇ ਨੇ। ਔਰ ਵੀਰ ਜੀ ਦੱਸ ਰਹੇ ਸੀ ਵੀ ਹਵਾਰਾ ਵੀ ਸੰਗਤ ਵਿੱਚ ਆ ਕੇ ਬੈਠਾ ਹੁੰਦਾ ਹੈ, ਪਰ ਕਦੇ ਉਹਦੇ ਚਿਹਰੇ ਤੇ ਕੋਈ ਐਸੀ ਚੀਜ਼ ਨਹੀਂ ਦਿਸਦੀ ਜਿਸ ਤੋਂ ਉਹਨੂੰ ਅਨੁਮਾਨ ਹੋਵੇ ਕਿ ਮੇਰੇ ਅੰਦਰ ਕੋਈ ਪਛਤਾਵਾ ਹੈ। ਇਸ ਤਰ੍ਹਾਂ ਦੇ ਬੰਦੇ ਕੌਮਾਂ ਵਾਸਤੇ ਚੜ੍ਹਦੀ ਕਲਾ ਦੇ ਕੰਮ ਕਰ ਜਾਂਦੇ ਨੇ। ਸਾਡੇ ਵਾਸਤੇ ਇਹ ਅਫਸੋਸ ਦੀ ਗੱਲ ਰਹੀ ਕਿ 550 ਸਾਲਾ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਮਨਾਇਆ, ਵੱਡੇ ਪੰਡਾਲਾਂ ਉੱਤੇ ਕਰੋੜਾਂ ਰੁਪਏ ਖਰਚ ਕੀਤੇ, ਵੱਡੇ ਨਗਰ ਕੀਰਤਨ ਸਜਾਏ, ਲੰਗਰਾਂ ਦੀ ਕੋਈ ਘਾਟ ਨਾ ਰਹੀ, ਪਰ ਉਸ ਕੌਮੀ ਯੋਧੇ ਨੂੰ ਕਿਸੇ ਸਟੇਜ ਤੋਂ ਯਾਦ ਨਹੀਂ ਕੀਤਾ ਜਾ ਗਿਆ। ਇਹ ਸਾਡੇ ਧਾਰਮਿਕ ਲੀਡਰਾਂ ਦੀ ਔਰ ਰਾਜਨੀਤਿਕ ਲੀਡਰਾਂ ਦੀ ਬੜੀ ਵੱਡੀ ਨਲਾਇਕੀ ਸੀ, ਜਾਂ ਇੰਜ ਕਹਿ ਲਓ ਕਿ ਏਜੰਸੀਆਂ ਦੇ ਹੱਥਾਂ ਵਿੱਚ ਉਹ ਖੇਡਦੇ ਸੀ ਔਰ ਉਹਨਾਂ ਨੇ ਉਸ ਸੂਰਮੇ ਦਾ ਨਾਂ ਤੱਕ ਲੈਣ ਤਾਂ ਉਹਨਾਂ ਪੰਡਾਲਾਂ ਦੇ ਵਿੱਚ ਜ਼ਰੂਰਤ ਨਹੀਂ ਸਮਝੀ ਕਿ ਉਹ ਕਿੰਨੇ ਸਮੇਂ ਤੋਂ ਕੌਮ ਦੀ ਖਾਤਰ ਇੱਕ ਨਿੱਕੀ ਜਿਹੀ ਕੋਠੜੀ ਵਿੱਚ ਆਪਣੇ ਜੀਵਨ ਦਾ ਵੱਡਾ ਹਿੱਸਾ ਗੁਜ਼ਾਰ ਰਿਹਾ। ਆ ਹੁਣ ਲੋਕਡਾਊਨ ਹੋਇਆ, ਆਪਣੇ ਘਰ ਵਿੱਚ ਅਸੀਂ ਰਹਿਣਾ ਸੀ, ਆਪਣੇ ਪਰਿਵਾਰ ਵਿੱਚ ਰਹਿਣਾ ਸੀ, ਕੋਈ ਦਿੱਕਤ ਵੀ ਨਹੀਂ ਸੀ, ਪਰ ਸਾਨੂੰ ਇੰਜ ਲੱਗ ਰਿਹਾ ਸੀ ਵੀ ਯਾਰ ਅਸੀਂ ਤਾਂ ਆਪਣੇ ਘਰ ਵਿੱਚ ਕੈਦੀ ਹੋ ਗਏ ਹਾਂ। ਪਰ ਉਹ ਜਿਹੜੇ ਕੈਦਾਂ ਕੱਟ ਰਹੇ ਨੇ ਆਪਣੀ ਕੌਮ ਵਾਸਤੇ, ਉਹਨਾਂ ਦਾ ਵੀ ਤਾਂ ਕੋਈ ਮਨੋਰਥ ਹੈ, ਕੋਈ ਉਹਨਾਂ ਦਾ ਵੀ ਜੀਵਨ ਹੈ, ਉਹਨਾਂ ਦਾ ਵੀ ਖੁੱਲ੍ਹੇ ਫਿਰਨ ਨੂੰ ਦਿਲ ਕਰਦਾ ਹੈ। ਪਰ ਉਹਨਾਂ ਦੇ ਦਿਲ ਵਿੱਚ ਇੱਕ ਹੀ ਇੱਛਾ ਹੈ ਕਿ ਬੇਸ਼ੱਕ ਸਾਡੀ ਜ਼ਿੰਦਗੀ ਕਾਲ ਕੋਠੜੀਆਂ ਵਿੱਚ ਲੰਘ ਜਾਏ, ਪਰ ਸਾਡੀ ਕੌਮ ਆਜ਼ਾਦ ਹੋ ਜਾਏ, ਇਹਦਾ ਕੋਈ ਘਰ ਬਣ ਜਾਏ। ਸੋ ਸੂਰਮੇ ਨੂੰ ਪ੍ਰਣਾਮ ਹੈ। ਆਓ ਕੱਲ ਵਾਲੀ ਕਹਾਣੀ ਤੋਂ ਅੱਗੇ ਤੁਰੀਏ। ਬਹੁਤ ਸਾਰੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਕਰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਇੱਕ ਇਤਿਹਾਸ ਹੈ। ਸ਼ਬਦ ਨੇ ਸਤਿਗੁਰਾਂ ਦੇ ਨਾਲ ਨਾਲ ਸਫ਼ਰ ਤੈਅ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੱਕ ਸੰਪੂਰਨਤਾ ਹੋਈ ਹੈ। ਤਲਵੰਡੀ ਦੀ ਧਰਤੀ ਉੱਤੇ ਮਹਾਰਾਜ ਨੇ ਇਹਨੂੰ ਸੰਪੂਰਨ ਕੀਤਾ। ਸੰਪੂਰਨ ਇਸ ਕਰਕੇ ਮੈਂ ਕਹਿ ਰਿਹਾ ਕਿ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਇਹਦੇ ਵਿੱਚ ਦਰਜ ਨਹੀਂ ਸੀ, ਤੇ ਰਾਗ ਵੀ ਇਹਦੇ 30 ਸੀ ਔਰ 31ਵਾਂ ਰਾਗ ਉੱਥੇ ਜਾ ਕੇ ਇਹਦੇ ਵਿੱਚ ਸ਼ਾਮਲ ਹੋਇਆ, ਜਿਹਨੂੰ ਆਪਾਂ ਜੈ ਜੈਵੰਤੀ ਰਾਗ ਕਹਿੰਦੇ ਹਾਂ। ਇਹ ਰਾਜਸਥਾਨ ਦੇ ਰਾਜਪੂਤਾਂ ਦਾ ਰਾਗ ਹੈ ਔਰ ਜਿੱਤ ਦਾ ਰਾਗ ਹੈ। ਤੋ ਇੱਥੇ ਮਹਾਰਾਜ ਜੀ ਨੇ ਸੰਪੂਰਨ ਕਰਕੇ ਅਖੰਡ ਪਾਠ ਸਾਹਿਬ ਰੱਖਿਆ ਔਰ ਕੁਝ ਰਵਾਇਤਾਂ ਦੀ ਇਹ ਪਰੰਪਰਾ ਹੈ ਕਿ ਉਹਨਾਂ ਅਖੰਡ ਪਾਠੀਆਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖੁਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਜਾਪ ਕੀਤਾ
ਔਰ ਉਹਨਾਂ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕੰਠੋਂ ਲਿਖਵਾਉਣੀ ਪਈ। ਜਦ ਜਾਪ ਹੋ ਗਿਆ, ਭੋਗ ਪੈ ਗਏ, ਗੁਰੂ ਕੀ ਸੰਗਤ ਵੱਡੀ ਗਿਣਤੀ ਵਿੱਚ ਜੁੜ ਬੈਠੀ ਸੀ ਤੇ ਉਸ ਵਕਤ ਮਹਾਰਾਜ ਜੀ ਨੇ ਐਲਾਨ ਕਰ ਦਿੱਤਾ ਕਿ ਜਿਹੜੀ ਮੰਜ਼ਲ ਸ਼ਬਦ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ ਉਹ ਸ਼ਬਦ ਹੁਣ ਸੰਪੂਰਨ ਹੁੰਦਾ ਹੈ ਔਰ ਥੋੜੇ ਸਮੇਂ ਤੱਕ ਇਹ ਸ਼ਬਦ ਗੁਰੂ ਦਾ ਇੱਕ ਪਦਵੀ ਧਾਰਨ ਕਰ ਲਵੇਗਾ, ਗੁਰੂ ਵਾਲੀ ਸਟੇਜ ਤੇ ਆ ਜਾਏਗਾ। ਇਹ ਨਾ ਕੁਝ ਕਹਿ ਕੇ ਮਹਾਰਾਜ ਨੇ ਨਾਲ ਹੀ ਕਿਹਾ ਕਿ ਅਸੀਂ ਹੁਣ ਪੰਜਾਬ ਦੀ ਧਰਤੀ ਨੂੰ ਛੱਡ ਰਹੇ ਹਾਂ ਤੇ ਸਾਡਾ ਮਕਸਦ ਹੈ ਦੱਖਣ ਵੱਲ ਜਾਣਾ। ਬਹੁਤ ਸਾਰੇ ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਦੱਖਣ ਕਿਉਂ ਜਾਣਾ ਹੈ? ਹੁਣ ਤਾਂ ਕੋਈ ਰੰਗਜੇਬ ਦਾ ਡਰ ਨਹੀਂ, ਇੱਥੇ ਰੌਣਕਾਂ ਲੱਗੀਆਂ ਹੋਈਆਂ ਨੇ ਔਰ ਸਿੱਖ ਫਿਰ ਇੱਕ ਵਾਰੀ ਵੱਡੀ ਜਥੇਬੰਦੀ ਦੇ ਰੂਪ ਵਿੱਚ ਇਕੱਤਰ ਨੇ। ਲੇਕਿਨ ਜਾਣੀ ਜਾਣ ਸਤਿਗੁਰੂ ਕਹਿੰਦੇ ਕੁਝ ਕਾਰਜ ਐਸੇ ਨੇ ਜਿਨ੍ਹਾਂ ਨੂੰ ਕਰਨ ਵਾਸਤੇ ਸਾਨੂੰ ਉਧਰ ਵੀ ਜਾਣਾ ਪੈਣਾ ਹੈ। ਪੰਜਾਬ ਦੇ ਲੋਕਾਂ ਨੂੰ ਆਖਰੀ ਵਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿਹੜਾ ਉਪਦੇਸ਼ ਦਿੱਤਾ ਉਹ ਇਹ ਸੀ ਕਿ ਆਪਣੀ ਜ਼ਿੰਦਗੀ ਵਿੱਚ ਸੇਵਾ ਤੇ ਸਿਮਰਨ ਨੂੰ ਬਣਾ ਕੇ ਰੱਖਿਓ। ਕਿਸੇ ਗਰੀਬ ਤੇ ਕੋਈ ਭੀੜ ਪਵੇ ਤੇ ਉਹਦੀ ਰਾਖੀ ਵਾਸਤੇ ਜਾਨਵਰਾਂ ਤੋਂ ਵੀ ਗਰੇਜ ਨਾ ਕਰਿਓ ਔਰ ਨਿਤਨੇਮ ਜਿਹੜਾ ਤੁਹਾਨੂੰ ਅੰਮ੍ਰਿਤ ਦੇ ਨਾਲ ਦਿੱਤਾ ਹੈ ਇਹਨੂੰ ਆਪਣੀ ਜ਼ਿੰਦਗੀ 'ਚ ਬਣਾ ਕੇ ਰੱਖਿਓ। ਔਰ ਅਸੀਂ ਤੁਹਾਡੇ ਨਾਲ ਫਿਰ ਸਰੀਰਕ ਰੂਪ ਵਿੱਚ ਮਿਲੀਏ ਜਾਂ ਨਾ ਮਿਲੀਏ ਲੇਕਿਨ ਗੁਰੂ ਕਾ ਸ਼ਬਦ ਸਦਾ ਤੁਹਾਡੇ ਅੰਗ ਸੰਗ ਰਹੇਗਾ। ਇਹ ਜੁਗੋ ਜੁਗ ਅਟਲ ਤੁਹਾਡੀ ਰਹਿਨੁਮਾ ਕਰੇਗਾ। ਆਓ ਪੰਜਾਬ ਦੀ ਧਰਤੀ ਤੋਂ ਤੁਰ ਲੱਗੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਸਿੱਖਾਂ ਨਾਲ ਆਖਰੀ ਉਪਦੇਸ਼ ਕਰਦੇ ਇਉਂ ਬੇਨਤੀ ਕੀਤੀ ਜਾ ਰਹੀ ਹੈ। ਦੇਸ਼ ਮਾਲਵਾ ਤਾਰਿਆ ਸਤਿਗੁਰ ਰਹਿਮਤ ਕਰਕੇ ਤੇ ਮੁਰਦ ਸਰੀਰਾਂ ਅੰਦਰ ਕੌਮੀ ਜੀਵਨ ਭਰ ਕੇ ਤੇ ਮੁਰਦ ਸਰੀਰਾਂ ਅੰਦਰ ਕੌਮੀ ਜੀਵਨ ਭਰ ਕੇ ਤੇ ਕਾਜ ਅਧੂਰੇ ਕਰਨੇ ਪੂਰੇ ਬਾਤ ਉਚਾਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਰਹਿਮਤ ਕਰਕੇ ਤੇ ਮੁਰਦ ਸਰੀਰਾਂ ਅੰਦਰ ਕੌਮੀ ਜੀਵਨ ਭਰ ਕੇ ਤੇ ਮੁਰਦ ਸਰੀਰਾਂ ਅੰਦਰ ਕੌਮੀ ਜੀਵਨ ਭਰ ਕੇ ਤੇ ਕਾਜ ਅਧੂਰੇ ਕਰਨੇ ਪੂਰੇ ਬਾਤ ਉਚਾਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਲੱਖਾਂ ਲੋਕਾਂ ਤਾਈਂ ਹੱਥੀ ਸਿੰਘ ਸਜਾ ਕੇ ਤੇ ਡੱਲਾ ਸੇਵਕ ਬਣ ਗਿਆ ਅੰਦਰੋਂ ਖੁਦੀ ਗਵਾ ਕੇ ਤੇ ਡੱਲਾ ਸੇਵਕ ਬਣ ਗਿਆ ਅੰਦਰੋਂ ਖੁਦੀ ਗਵਾ ਕੇ ਤੇ ਕੂੜ ਮੁਨਾਫਾ ਛੱਡ ਕੇ ਛੱਡਣਾ ਅਸਲ ਵਪਾਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਪਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਚੋਂ ਕੁੰਟਾਂ ਤੋਂ ਘੱਟ ਵਹੀਰਾ ਸੇਵਕ ਆ ਰਹੇ ਨੀ ਦਰਸ਼ਨ ਕਰ ਦਸ਼ਮੇਸ਼ ਪਿਤਾ ਦੇ ਸ਼ੁਕਰ ਮਨਾ ਰਹੇ ਨੀ ਦਰਸ਼ਨ ਕਰ ਦਸ਼ਮੇਸ਼ ਪਿਤਾ ਦੇ ਸ਼ੁਕਰ ਮਨਾ ਰਹੇ ਨੀ ਉਹ ਰਹਿਮਤ ਦ੍ਰਿਸ਼ਟੀ ਦੇ ਨਾਲ ਦਾਤੇ ਜਾਂਦੇ ਤਾਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਖੂਬ ਰੌਣਕਾਂ ਬਣੀਆਂ ਭਰੀਆਂ ਵਿੱਚ ਦੀਵਾਨਾਂ ਦੇ ਖੂਬ ਰੌਣਕਾਂ ਬਣੀਆਂ ਭਰੀਆਂ ਵਿੱਚ ਦੀਵਾਨਾਂ ਦੇ ਗਾਉਣ ਕਵੀਸ਼ਰ ਨਗਮੇ ਕੌਮੀ ਮਰਦ ਜਵਾਨਾਂ ਦੇ ਗਾਉਣ ਕਵੀਸ਼ਰ ਨਗਮੇ ਕੌਮੀ ਮਰਦ ਜਵਾਨਾਂ ਦੇ ਨਿੱਕੀਆਂ ਨਿੱਕੀਆਂ ਜਿੰਦਾਂ ਨੇ ਜਿੰਦ ਕਿਵੇਂ ਵਾਰੀ ਏ ਨਿੱਕੀਆਂ ਨਿੱਕੀਆਂ ਜਿੰਦਾਂ ਨੇ ਜਿੰਦ ਕਿਵੇਂ ਵਾਰੀ ਏ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਉਹ ਸਭ ਤੋਂ ਵੱਡਾ ਕਾਰਜ ਕੀਤਾ ਇਸ ਥਾਂ ਬਹਿ ਕੇ ਤੇ ਕੀਤੀ ਬੀੜ ਸੰਪੂਰਨ ਬਾਣੀ ਕੰਠੋਂ ਕਹਿ ਕੇ ਤੇ ਕੀਤੀ ਬੀੜ ਸੰਪੂਰਨ ਬਾਣੀ ਕੰਠੋਂ ਕਹਿ ਕੇ ਤੇ ਸਤਿਗੁਰ ਗਏ ਚਾਰੀ ਲਿਖਦੇ ਗਏ ਲਖਾਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਉਹ ਬੰਜਰ ਟਿੱਬਿਆਂ ਦੇ ਵਿੱਚ ਆਉਣਾ ਜੁਗ ਹਰਿਆਲੀ ਦਾ ਸਤਿਗੁਰ ਦੇ ਇੱਕ ਵਾਕ ਨੇ ਬੰਨਿਆ ਮੁੱਢ ਖੁਸ਼ਹਾਲੀ ਦਾ ਸਤਿਗੁਰ ਦੇ ਇੱਕ ਵਾਕ ਨੇ ਬੰਨਿਆ ਮੁੱਢ ਖੁਸ਼ਹਾਲੀ ਦਾ ਓਏ ਧਰਤੀ ਤੋਂ ਹੀਰੇ ਪੰਨਿਆਂ ਨਾਲ ਸ਼ਿੰਗਾਰੀ ਐ ਫਿਰ ਕੀਤੀ
ਵੱਲ ਤਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਕੀਤਾ ਹੁਕਮ ਅਖੀਰ ਗੁਰਾਂ ਨੇ ਚਾਲੇ ਪਾ ਦਈਏ ਸਾਬੋ ਕੀ ਤਲਵੰਡੀ ਨੂੰ ਹੁਣ ਫਤਿਹ ਬੁਲਾ ਦਈਏ ਸਾਬੋ ਕੀ ਤਲਵੰਡੀ ਨੂੰ ਹੁਣ ਫਤਿਹ ਬੁਲਾ ਦਈਏ ਵਿੱਚ ਵਿਛੋੜੇ ਰੋ ਪਈ ਧਰਤੀ ਆਪ ਮਹਾਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਓਏ ਅਥਰੂ ਭਰ ਕੇ ਪੁੱਛਦੇ ਸਿੱਖ ਸਤਿਗੁਰ ਨੂੰ ਪਿਆਰੇ ਜੀ ਕਦੋਂ ਹੋਣਗੇ ਦਰਸ਼ਨ ਤੁਹਾਡੇ ਫੇਰ ਦੁਬਾਰੇ ਜੀ ਕਦੋਂ ਹੋਣਗੇ ਦਰਸ਼ਨ ਤੁਹਾਡੇ ਫੇਰ ਦੁਬਾਰੇ ਜੀ ਸੀਨੇ ਦੇ ਵਿੱਚ ਤਸਦੀ ਜਾਂਦੀ ਦਰਦ ਕਟਾਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਦੀਦ ਦਵਾਨੀਆਂ ਸੰਗਤਾਂ ਦਾ ਦਿਲ ਰੋਂਦਾ ਚੱਲਾ ਜੀ ਦੀਦ ਦਵਾਨੀਆਂ ਸੰਗਤਾਂ ਦਾ ਦਿਲ ਰੋਂਦਾ ਚੱਲਾ ਜੀ ਦਿਲ ਦਾ ਮਹਿਰਮ ਤੁਰ ਚੱਲਿਆ ਲਾ ਰੋਗ ਅਵੱਲਾ ਜੀ ਦਿਲ ਦਾ ਮਹਿਰਮ ਤੁਰ ਚੱਲਿਆ ਲਾ ਰੋਗ ਅਵੱਲਾ ਜੀ ਓ ਪੀਰ ਪਿਆਰੇ ਸੱਜਣਾ ਦੀ ਕਦ ਜਾਏ ਸਹਾਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਉਹ ਤੁਰਨ ਤੋਂ ਪਹਿਲਾਂ ਕਿਹਾ ਸਤਿਗੁਰਾਂ ਨਹੀਂ ਘਬਰਾਉਣਾ ਜੀ ਸੇਵਾ ਸਿਮਰਨ ਕਰਦਿਆਂ ਸੱਚ ਦਾ ਧਰਮ ਕਮਾਉਣਾ ਜੀ ਸੇਵਾ ਸਿਮਰਨ ਕਰਦਿਆਂ ਸੱਚ ਦਾ ਧਰਮ ਕਮਾਉਣਾ ਜੀ ਓ ਰਾਖੀ ਕਰਮ ਜਲੂਮ ਦੀ ਬਣਨਾ ਪਰ ਅਪਕਾਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਕੇਵਲ ਝੰਡਾ ਨੌਰ ਸਹੇਵਾ ਸਰਸੇ ਥਾਣੀ ਜੀ ਅਜਮੇਰ ਦੇ ਲਾਗੇ ਪੁਸ਼ਕਰ ਪਹੁੰਚੇ ਪੜਦੇ ਬਾਣੀ ਜੀ ਅਜਮੇਰ ਦੇ ਲਾਗੇ ਪੁਸ਼ਕਰ ਪਹੁੰਚੇ ਪੜਦੇ ਬਾਣੀ ਜੀ ਓ ਜਾਣ ਗਿਣੇ ਨਾ ਮੰਦਰ ਇਸਥਾ ਗਿਣਤੀ ਭਾਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਉਹ ਜੈਤ ਰਾਮ ਕੋਲ ਜਾ ਪਹੁੰਚੇ ਕਈ ਕਾਰਜ ਸੌਰ ਗਏ ਲੰਮਾ ਬੰਦ ਮਕਾ ਕੇ ਆਖਰ ਪਹੁੰਚ ਬਗੌਰ ਗਏ ਲੰਮਾ ਬੰਦ ਮਕਾ ਕੇ ਆਖਰ ਪਹੁੰਚ ਬਗੌਰ ਗਏ ਓ ਭਾਗੋ ਵਾਲੀਆ ਵਰਤੀ ਵਰਤੀ ਕਲਾ ਨਿਆਰੀ ਐ ਭਾਗੋ ਵਾਲੀਆ ਇਸਥਾ ਵਰਤੀ ਕਲਾ ਨਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਫਿਰ ਕੀਤੀ ਦਸ਼ਮੇਸ਼ ਪਿਤਾ ਦੱਖਣ ਵੱਲ ਤਿਆਰੀ ਐ ਰਾਜਸਥਾਨ ਦਾ ਬਗੌਰ ਨਗਰ ਵੀ ਸਾਡੇ ਇਤਿਹਾਸ ਦਾ ਹਿੱਸਾ ਹੈ। ਸਤਿਗੁਰਾਂ ਦੇ ਹਜ਼ੂਰੀ ਕਵੀ ਸ਼੍ਰੀ ਗੁਰਸੋਭਾ ਜੀ ਨੇ ਲਿਖਿਆ ਹੈ। ਕਵੀ ਸੈਨਾ ਸਿੰਘ ਜਿਹਨੂੰ ਆਪਾਂ ਕਵੀ ਸੈਨਾਪਤੀ ਕਹਿੰਦੇ, ਉਹਨੇ ਆਪ ਦੇ ਗ੍ਰੰਥ ਵਿੱਚ ਇਹਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ। ਅੱਜ ਕੱਲ੍ਹ ਉੱਥੇ ਗੁਰਦੁਆਰਾ ਬਣਿਆ ਹੋਇਆ, ਸੇਵਾ ਬਾਬਾ ਲੱਖਾ ਸਿੰਘ ਜੀ ਕਰਵਾ ਰਹੇ ਨੇ ਔਰ ਉਹ ਸੰਪਰਦਾ ਸਰਹਾਲੀ ਕਲਾਂ ਜਿਨ੍ਹਾਂ ਨਾਲ ਸਾਡਾ ਨੇੜੇ ਦਾ ਰਿਸ਼ਤਾ ਹੈ ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇਸ ਸੰਪਰਦਾ ਦਾ ਬਹੁਤ ਸਤਿਕਾਰ ਕਰਦੇ ਰਹੇ। ਉਸ ਸਥਾਨ ਤੇ ਜਦ ਮਹਾਰਾਜ ਜੀ ਪਹੁੰਚੇ ਉੱਥੇ ਭਾਈ ਨੰਦ ਲਾਲ ਜੀ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਵਾਰੀ ਫੇਰ ਮਿਲੇ। ਇਹ ਵੀ ਸਤਿਗੁਰਾਂ ਦੇ ਕਵੀਆਂ ਵਿੱਚੋਂ ਸਰਮੌਰ ਕਵੀ ਨੇ ਔਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਅਤ ਪਿਆਰੇ ਕਵੀ ਨੇ ਔਰ ਇਤਿਹਾਸ ਕਹਿੰਦਾ ਗਜਨੀ ਵਿੱਚ ਇਹਨਾਂ ਦਾ ਜਨਮ ਹੋਇਆ। ਫਿਰ ਕੁਝ ਸਮਾਂ ਇਹ ਮਲਤਾਨ ਰਹੇ ਔਰ ਸ਼ਹਿਜ਼ਾਦਾ ਮੁਅੱਜਮ ਜਿਹੜਾ ਔਰੰਗਜ਼ੇਬ ਦਾ ਵੱਡਾ ਪੁੱਤਰ ਸੀ ਉਹਦੇ ਇਹ ਮੀਰ ਮੁਨਸ਼ੀ ਵੀ ਰਹੇ, ਵਿਦਵਾਨ ਸਨ। ਹੌਲੀ ਹੌਲੀ ਗੁਰਦੇਵ ਪਾਤਸ਼ਾਹ ਜੀ ਦੇ ਸੰਪਰਕ ਵਿੱਚ ਆਏ। ਮਹਾਰਾਜ ਜੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਸਨ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਵੱਖਰਿਆਂ ਤੌਰ ਤੇ ਮਿਲੇ। ਕਹਿੰਦੇ ਦੀਨ ਦਿਆਲ ਪਾਤਸ਼ਾਹ ਹਿੰਦੁਸਤਾਨ ਦਾ ਉਹ ਜ਼ਾਲਮ ਬਾਦਸ਼ਾਹ ਮਰ ਗਿਆ ਹੈ, ਹੁਣ ਬਿਲਕੁਲ ਪਰਿਸਥਿਤੀ ਬਦਲ ਗਈ ਹੈ। ਤਾਰੇ ਆਜਮ ਨੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਹੈ, ਉਹਦੇ ਨਿੱਕੇ ਪੁੱਤਰ ਨੇ, ਜਦ ਕਿ ਉਹਦਾ ਵੱਡਾ ਪੁੱਤਰ ਤੁਹਾਡਾ ਸ਼ਰਧਾਲੂ ਹੈ, ਤੁਹਾਨੂੰ ਆਪਣਾ ਮੁਰਸ਼ਿਦ ਮੰਨਦਾ ਹੈ। ਬੇਸ਼ੱਕ ਉਹ ਔਰੰਗਜ਼ੇਬ ਦਾ ਪੁੱਤਰ ਹੈ, ਪਰ ਔਰੰਗਜ਼ੇਬ ਦੇ ਵਿਚਾਰਾਂ ਵਿੱਚ ਤੇ ਉਹਦੇ ਪੁੱਤਰ ਦੇ ਵਿਚਾਰਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਜਿੱਥੇ ਔਰੰਗਜ਼ੇਬ ਇਹ ਚਾਹੁੰਦਾ ਸੀ ਕਿ ਸਿਵਾਏ ਮੁਸਲਮਾਨ ਤੋਂ ਕੋਈ ਦੂਜਾ ਧਰਮ ਹੀ ਨਾ ਹੋਵੇ,
ਉੱਥੇ ਸ਼ਹਿਜ਼ਾਦਾ ਮੁਅੱਜ਼ਮ ਖੁੱਲ੍ਹ ਦਿਲੀ ਨਾਲ ਵਿਚਾਰ ਰੱਖਦਾ ਹੈ, ਉਹਦੇ ਦਿਲ ਵਿੱਚ ਕੋਈ ਇਸ ਤਰ੍ਹਾਂ ਦੀ ਬੇਈਮਾਨੀ ਨਹੀਂ। ਤੇ ਮੇਰੀ ਬੇਨਤੀ ਹੈ ਵੀ ਉਹ ਤੁਹਾਡੇ ਦਰਬਾਰ ਵਿੱਚ ਮੇਰੇ ਥਰੂ ਸ਼ਰਨਾਰਥੀ ਹੋ ਕੇ ਆਇਆ ਹੈ, ਬੇਨਤੀ ਕਰਨ ਵਾਸਤੇ ਆਇਆ ਹੈ, ਤੇ ਆਉਣ ਵਾਲੇ ਸਮੇਂ ਵਿੱਚ ਉਹਦੀ ਇਮਦਾਦ ਕਰੋ ਤਾਂ ਕਿ ਉਹ ਰਾਜਨੀਤੀ ਪ੍ਰਾਪਤ ਕਰਕੇ ਦੇਸ਼ ਦਾ ਬਾਦਸ਼ਾਹ ਬਣ ਸਕੇ। ਤੇ ਜੇ ਉਹ ਬਾਦਸ਼ਾਹ ਬਣ ਜਾਂਦਾ ਹੈ ਤੇ ਉਹ ਤੁਹਾਡੇ ਚਰਨਾਂ ਤੇ ਕਦਮ, ਤੁਹਾਡੇ ਚਰਨਾਂ ਉੱਤੇ ਆਪਣਾ ਸਿਰ ਰੱਖ ਕੇ ਜੇ ਤੁਹਾਡਾ ਸਤਿਕਾਰ ਕਰਦਾ ਹੈ ਤੇ ਸਮਝੋ ਧਰਮ ਦਾ ਝੰਡਾ ਤਾਂ ਪਹਿਲਾਂ ਹੀ ਆਪਣੇ ਕੋਲ ਹੈ, ਤੇ ਫਿਰ ਇਸ ਦੇਸ਼ ਦੀ ਜਿਹੜੀ ਰਾਜ ਸ਼ਕਤੀ ਹੈ ਉਹ ਵੀ ਤੁਹਾਡੇ ਚਰਨਾਂ ਤੇ ਝੁਕੇਗੀ। ਇਸ ਕਰਕੇ ਮੇਰਾ ਨਿੱਜੀ ਵਿਚਾਰ ਹੈ ਆਪ ਜੀ ਨੂੰ ਉਹਦੀ ਇਮਦਾਦ ਕਰਨੀ ਚਾਹੀਦੀ ਹੈ। ਆਓ ਬਗੌਰ ਦੇ ਸਥਾਨ ਉੱਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਨਵੀਂ ਆਉਣ ਵਾਲੀ ਰਣਨੀਤੀ ਜਿਹੜੀ ਉਹ ਅਪਣਾਉਣ ਵਾਸਤੇ ਬੇਨਤੀ ਕੀਤੀ, ਸ਼ਹਿਜ਼ਾਦਾ ਮੁਅੱਜ਼ਮ ਦੇ ਤਰਫਦਾਰ ਬਣ ਕੇ ਉਹ ਲੈਣਾ ਇਹ ਬੇਨਤੀ ਕੀਤੀਆਂ ਜਾ ਰਹੀਆਂ। ਨੰਦ ਲਾਲ ਨੇ ਆਖਿਆ ਸਤਿਗੁਰਾਂ ਨੂੰ, ਨੰਦ ਲਾਲ ਨੇ ਆਖਿਆ ਸਤਿਗੁਰਾਂ ਨੂੰ, ਮੇਰੀ ਬੇਨਤੀ ਕਰੋ ਪਰਵਾਨ ਦਾਤਾ। ਜਿਹੜੀ ਉਮੀਦ ਮੈਂ ਦਿਲ ਅੰਦਰ ਰੱਖੀ, ਜਿਹੜੀ ਉਮੀਦ ਮੈਂ ਦਿਲ ਅੰਦਰ ਹੋਵੇ ਅੱਗੇ ਆ ਕਰਾਂ ਬਿਆਨ ਦਾਤਾ। ਨੰਦ ਲਾਲ ਨੇ ਆਖਿਆ ਸਤਿਗੁਰਾਂ ਨੂੰ, ਨੰਦ ਲਾਲ ਨੇ ਆਖਿਆ ਸਤਿਗੁਰਾਂ ਨੂੰ, ਮੇਰੀ ਬੇਨਤੀ ਕਰੋ ਪਰਵਾਨ ਦਾਤਾ। ਜਿਹੜੀ ਉਮੀਦ ਮੈਂ ਦਿਲ ਅੰਦਰ ਰੱਖੀ, ਜਿਹੜੀ ਉਮੀਦ ਮੈਂ ਦਿਲ ਅੰਦਰ ਹੋਵੇ ਅੱਗੇ ਆ ਕਰਾਂ ਬਿਆਨ ਦਾਤਾ। ਇਹ ਤਾਂ ਜਾਣਦੇ ਹੋ ਕੇ ਪਾਪੀ ਮਰ ਗਿਆ ਏ, ਇਹ ਤਾਂ ਜਾਣਦੇ ਹੋ ਕੇ ਪਾਪੀ ਮਰ ਗਿਆ ਏ, ਜੀ ਦੀ ਤੇਗ ਤੋਂ ਕੰਬੇ ਜਹਾਨ ਦਾਤਾ। ਉਹਦੇ ਮਰਨ ਪਿੱਛੋਂ ਉਹਦੇ ਪੁੱਤਰਾਂ ਨੇ, ਉਹਦੇ ਮਰਨ ਪਿੱਛੋਂ ਉਹਦੇ ਪੁੱਤਰਾਂ ਨੇ ਦਾਵੇ ਤਖਤ ਦੇ ਕੀਤੇ ਐਲਾਨ ਦਾਤਾ। ਥੋੜੇ ਦਿਨਾਂ ਤਾਈਂ ਤਖਤ ਤਾਜ ਬਦਲੇ, ਤਾਜ ਬਦਲੇ, ਤਾਜ ਬਦਲੇ, ਉਹ ਥੋੜੇ ਦਿਨਾਂ ਤਾਈਂ ਤਖਤ ਤਾਜ ਬਦਲੇ, ਲਊ ਡੋਲਵਾ ਹੋਣਾ ਕਮਸਾਨ ਦਾਤਾ। ਆਜਮ ਨੂੰ ਜਾਣਦਾ ਜੱਗ ਸਾਰਾ, ਜੱਗ ਸਾਰਾ, ਜੱਗ ਸਾਰਾ ਓ ਤਾਰੇ, ਆਜਮ ਨੂੰ ਜਾਣਦਾ ਜੱਗ ਸਾਰਾ, ਖੋਟਾ ਨੀਅਤ ਦਾ ਬੰਦਾ ਸ਼ੈਤਾਨ ਦਾਤਾ। ਉਹਦੇ ਕੋਲ ਇਨਸਾਫ ਦੀ ਆਸ ਕੋਈ ਨਾ, ਉਹਦੇ ਕੋਲ ਇਨਸਾਫ ਦੀ ਆਸ ਕੋਈ ਨਾ, ਝੂਠਾ ਬਾਪ ਵਾਂਗੂ ਕਹਿਰਵਾਨ ਦਾਤਾ। ਜੇਕਰ ਹੱਥ ਆ ਗਈ ਉਹਦੇ ਬਾਦਸ਼ਾਹੀ, ਜੇਕਰ ਹੱਥ ਆ ਗਈ ਉਹਦੇ ਬਾਦਸ਼ਾਹੀ, ਦੁਖੀ ਹੋਣਗੇ ਨੇਕ ਇਨਸਾਨ ਦਾਤਾ। ਸੱਚ ਕਹਿਣ ਬਦਲੇ ਮੈਨੂੰ ਮੁਆਫ ਕਰ ਦੋ ਜੀ, ਸੱਚ ਕਹਿਣ ਬਦਲੇ ਮੈਨੂੰ ਮੁਆਫ ਕਰ ਦੋ, ਪਾਪੀ ਸਿੱਖੀ ਦਾ ਕਰੂ ਨੁਕਸਾਨ ਦਾਤਾ। ਦੂਜੀ ਤਰਫ ਜਿਹੜਾ ਮੁਲਜ਼ਮ ਦਾਸ ਤੁਹਾਡਾ, ਦੂਜੀ ਤਰਫ ਜਿਹੜਾ ਮੁਲਜ਼ਮ ਦਾਸ ਤੁਹਾਡਾ, ਮੰਨੇ ਤੁਸਾਂ ਨੂੰ ਪੀਰ ਇਮਾਮ ਦਾਤਾ। ਥੋੜਾ ਸ਼ੱਕ ਕੋਈ ਨਹੀਂ ਬੰਦਾ ਸਾਫ ਦਿਲ ਦਾ, ਸਾਫ ਦਿਲ ਦਾ, ਸਾਫ ਦਿਲ ਦਾ ਜੀ, ਭੋਰਾ ਸ਼ੱਕ ਕੋਈ ਨਹੀਂ ਬੰਦਾ ਸਾਫ ਦਿਲ ਦਾ, ਤੁਹਾਡੇ ਨਾਮ ਤੋਂ ਜਾਵੇ ਕੁਰਬਾਨ ਦਾਤਾ। ਅਰਜ ਤੇ ਕਰੋ ਅੰਮਾ ਦਾਦ ਉਹਦੀ ਮੰਨੋ, ਅਰਜ ਤੇ ਕਰੋ ਅੰਮਾ ਦਾਦ
ਪੂਰੀ ਹੋਵੇਗੀ ਸ਼ਾਨ ਦਾਤਾ। ਮਾਣ ਰਾਜੂ ਭਾਗੋ ਵਾਲੀਏ ਦਾ, ਵਾਲੀਏ ਦਾ, ਵਾਲੀਏ ਦਾ ਉਹ ਨਾਲੇ ਮਾਣ ਰਾਜੂ ਭਾਗੋ ਵਾਲੀਏ ਦਾ ਪੂਰੇ ਕਰਦੇ ਉਹ ਦਲੀਅਰ ਮਾਨ ਦਾਤਾ। ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ। ਕਹਿੰਦੇ ਭਾਈ ਸਾਹਿਬ ਜੀ ਤੁਹਾਡਾ ਸਾਨੂੰ ਮਾਣ ਰੱਖਣਾ ਪੈਣਾ ਹੈ। ਵੈਸੇ ਰਾਜਨੀਤਿਕ ਬੰਦੇ ਇਹ ਤਾਜਾਂ ਤਖਤਾਂ ਦੇ ਮਾਲਕ ਜਦੋਂ ਸੱਤਾ ਤੋਂ ਲਾਂਭੇ ਹੁੰਦੇ ਐ ਉਦੋਂ ਤਾਂ ਹਰ ਗੱਲ ਮੰਨਣ ਨੂੰ ਤਿਆਰ ਹੋ ਜਾਂਦੇ, ਲੇਕਿਨ ਜਦੋਂ ਇਹਨਾਂ ਕੋਲ ਤਾਕਤ ਆ ਜਾਂਦੀ ਹੈ ਫਿਰ ਕੀਤੇ ਹੋਏ ਵਾਅਦਿਆਂ ਨੂੰ ਭੁਲਾ ਦੇਣਾ ਇਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੋ ਨਿਬੜਦਾ ਹੈ। ਇਸ ਕਰਕੇ ਇਹਨਾਂ ਲੋਕਾਂ ਦਾ ਯਕੀਨ ਕੋਈ ਨਹੀਂ। ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਬਿਨਾਂ ਤਾਕਤ ਤੋਂ ਕਿਸੇ ਨੂੰ ਸੱਦਿਆ ਨਹੀਂ ਕੀਤਾ ਜਾ ਸਕਦਾ। ਜੇ ਤੁਸੀਂ ਕਿਰਪਾ ਕਰਦੇ ਹੋ ਉਹ ਬਾਦਸ਼ਾਹ ਬਣ ਜਾਏ। ਤੇ ਜਿਨ੍ਹਾਂ ਲੋਕਾਂ ਨੇ ਸਿੱਖਾਂ ਨਾਲ ਵਧੀਕੀਆਂ ਕੀਤੀਆਂ, ਤੁਹਾਡੇ ਬੱਚਿਆਂ ਉੱਤੇ ਜ਼ੁਲਮ ਕੀਤੇ ਨੇ, ਉਹਨਾਂ ਲੋਕਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਸਜ਼ਾ ਦੇ ਕੇ ਤਸੱਲੀ ਕੀਤੀ ਜਾ ਸਕਦੀ ਹੈ। ਇਸ ਕਰਕੇ ਇਹਦੇ ਵਿੱਚ ਮੈਂ ਗਾਰੰਟੀ ਦੇਣਾ ਕਿ ਬਾਦਸ਼ਾਹ ਬਣਨ ਤੋਂ ਬਾਅਦ ਸ਼ਹਿਜ਼ਾਦਾ ਮੁਅੱਜ਼ਮ ਤੁਹਾਡਾ ਪਾਣੀ ਭਰਦਾ ਰਹੇਗਾ। ਇਤਿਹਾਸ ਦੇ ਕਈ ਪੱਖ ਬੜੇ ਨਿਵੇਕਲੇ ਹੁੰਦੇ ਹੈ। ਇਹੋ ਹੀ ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਬਣਦਾ ਹੈ। 5 ਸਾਲ ਇਹ ਬਾਦਸ਼ਾਹ ਰਹਿੰਦਾ ਹੈ। 5 ਸਾਲਾਂ 'ਚ ਇੱਕ ਵੀ ਦਿਨ ਇਹਨੂੰ ਦਿੱਲੀ ਵੇਖਣੀ ਨਸੀਬ ਨਹੀਂ ਹੁੰਦੀ। ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈ, ਸਿੱਖਾਂ ਦੇ ਕਤਲ ਕਰਨ ਦਾ ਇੱਕ ਵੱਡਾ ਹੁਕਮ ਸਭ ਤੋਂ ਪਹਿਲਾਂ ਇਸੇ ਬਾਦਸ਼ਾਹ ਨੇ ਦਿੱਤਾ ਸੀ। ਗੁਰਦੇਵ ਪਾਤਸ਼ਾਹ ਮਹਾਰਾਜ ਨਰਵੈਰ ਸਨ, ਉਹਨਾਂ ਦੇ ਮਨ ਵਿੱਚ ਕੋਈ ਐਸੀ ਬਾਤ ਨਹੀਂ ਸੀ। ਉਹਨਾਂ ਨੇ ਇਹ ਵੇਖਿਆ ਵੀ ਹੁਣ ਉਹ ਸ਼ਰਨ ਆਇਆ ਹੈ ਤੇ ਇਹਦੀ ਇਮਦਾਦ ਕਰਨੀ ਚਾਹੀਦੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਹਾਂ ਕਰ ਦਿੱਤੀ। ਗੁਰਦੇਵ ਗੁਰੂ ਕਲਗੀਧਰ ਪਾਤਸ਼ਾਹ ਜੀ ਦਿੱਲੀ ਆ ਗਏ। ਸ਼ਹਿਜ਼ਾਦਾ ਮੁਅੱਜ਼ਮ ਤੇ ਤਾਰਾ ਆਜਮ ਦਾ ਟਾਕਰਾ ਹੋਇਆ। ਉਹਦੇ ਵਿੱਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, 5 ਪਿਆਰਿਆਂ ਚੋਂ ਦੋਨੋਂ ਪਿਆਰੇ ਜਿਹੜੇ ਸਭ ਤੋਂ ਪਹਿਲਾਂ ਸਿਰ ਦੇਣ ਵਾਸਤੇ ਆਏ ਸੀ, ਇਹਨਾਂ ਨੇ ਜੰਗ ਵਿੱਚ ਹਿੱਸਾ ਲਿਆ। 18 ਜੂਨ 1707 ਈਸਵੀ ਨੂੰ ਇਹ ਵੱਡੀ ਜੰਗ ਹੋਈ ਜਿਹੜੀ ਦੋਵਾਂ ਭਰਾਵਾਂ ਵਿੱਚ, ਦੋਵੇਂ ਔਰੰਗਜ਼ੇਬ ਦੇ ਪੁੱਤਰ ਸਨ। ਪਰ ਜਿੱਤ ਸ਼ਹਿਜ਼ਾਦਾ ਮੁਅੱਜ਼ਮ ਦੀ ਹੋਈ ਕਿਉਂਕਿ ਇਧਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਾਂ ਸੀ ਤੇ ਜਿਸ ਬੰਦੇ ਉੱਤੇ ਗੁਰੂ ਹੱਥ ਰੱਖ ਦੇਵੇ ਹਜ਼ਾਰਾਂ ਦੁਸ਼ਮਣ ਉਹਦੇ ਸਾਹਮਣੇ ਆ ਜਾਣ, ਉਹਨੂੰ ਝੁਕਾ ਨਹੀਂ ਸਕਦੇ। ਕੇਦਾਰ ਬਖਤ ਮਾਰਿਆ ਗਿਆ, ਤਾਰਾ ਆਦਮ ਮਾਰਿਆ ਗਿਆ ਔਰ ਹੁਣ ਉਹਨੇ ਬਾਦਸ਼ਾਹ ਬਣਨਾ। ਇਹਦੇ ਵਾਸਤੇ ਉਹਨੇ ਤਰੀਕ ਮੁਕਰਰ ਕੀਤੀ, ਸਥਾਨ ਨਿਯੁਕਤ ਕੀਤਾ ਆਗਰਾ। ਔਰ ਇਹਦੇ ਵਾਸਤੇ ਉਹਨੇ ਅਫਗਾਨਿਸਤਾਨ ਤੱਕ ਜਿਹੜੇ ਸਟੇਟ ਗਵਰਨਰ ਸੀ ਉਹਨਾਂ ਸਾਰਿਆਂ ਨੂੰ ਪੱਤਰਕਾਵਾਂ ਲਿਖੀਆਂ ਕਿ ਨਵੇਂ ਬਾਦਸ਼ਾਹ ਦੀ ਤਾਜਪੋਸ਼ੀ ਦੀ ਜਿਹੜੀ ਰਸਮ ਹੋਣੀ ਹੈ, ਉਹਨਾਂ ਰਸਮਾਂ ਵਿੱਚ ਤੁਸੀਂ ਆ ਕੇ ਹਾਮੀ ਭਰਨੀ ਹੈ, ਹਾਜ਼ਰੀਨ ਹੋਣਾ। ਉਹਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਬੁਲਾਇਆ, ਇਸ ਕਰਕੇ ਕਿ ਜੇ ਤੁਸੀਂ ਮੇਰੀ ਇਮਦਾਦ ਨਾ ਕਰਦੇ ਉਸ ਵਕਤ ਤੱਕ ਤਾਂ ਫਿਰ ਮੈਂ ਇਸ ਮਕਾਮ ਤੇ ਨਾ ਪਹੁੰਚਦਾ। ਤਾਂ ਸੱਚੇ ਪਾਤਸ਼ਾਹ ਜੀ ਨੇ ਉਹਦਾ ਸੱਦਾ ਪਤਾ ਪ੍ਰਵਾਨ ਕਰ ਲਿਆ। ਮਹਾਰਾਜ ਜੀ ਉਹਦੇ ਕੋਲ ਗਏ। ਇਤਿਹਾਸ ਕਹਿੰਦਾ ਕਿ ਉਸ ਵਕਤ ਤੱਕ ਉਹਦੀ ਮਨੋਬਿਰਤੀ ਇਦਾਂ ਦੀ ਸੀ ਕਿ ਉਹ ਕੁਰਸੀ ਤੋਂ ਉੱਠ ਕੇ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਤੇ ਝੁਕਣ ਵਾਸਤੇ ਖੁਦ ਆਇਆ, ਯਾਨੀ ਮਹਾਰਾਜ ਨੂੰ ਅੱਗੋਂ ਲੈਣ ਵਾਸਤੇ ਆਇਆ। ਬੰਦਾ ਕਦੋਂ ਬਦਲ ਜਾਏ ਇਹ ਵੀ ਕੋਈ ਯਕੀਨ ਨਹੀਂ ਹੁੰਦਾ। ਤਾਂ ਮਹਾਰਾਜ ਜੀ ਨੂੰ ਉਹ ਲੈ ਕੇ ਆਪਦੇ ਕੁਰਸੀ ਤੱਕ ਗਿਆ। ਉਹਨੇ ਬੜੇ ਪਿਆਰ ਨਾਲ ਆਖਿਆ, ਮਹਾਰਾਜ ਇਸ ਤਖਤ ਤੇ ਤੁਸੀਂ ਬੈਠੋ। ਮਹਾਰਾਜ ਕਹਿੰਦੇ ਨਹੀਂ, ਇਹ ਖੁਦਾ ਨੇ ਬਈ ਤੈਨੂੰ ਦਿੱਤਾ ਹੈ, ਤੂੰ ਦੇਸ਼ ਦੀ ਜਨਤਾ ਦਾ ਕਲਿਆਣ ਕਰ, ਲੋਕਾਂ ਦੇ ਕੰਮ ਕਰ, ਤੈਨੂੰ ਤਾਕਤ ਮਿਲੀ ਹੈ, ਅਸੀਂ ਇਸ ਕੁਰਸੀ ਤੇ ਬਹਿ ਜਾਂਦੇ। ਉਹਦੇ ਬਰਾਬਰ ਵਾਲੀ ਸਥਾਨ ਤੇ ਮਹਾਰਾਜ ਜੀ ਬੈਠ ਗਏ। ਔਰ ਹੁਣ ਦੋ ਤਾਕਤਾਂ ਆਮੋ ਸਾਹਮਣੇ ਨੇ। ਬੜੀਆਂ ਚੰਗੀਆਂ ਗੱਲਾਂ ਬਾਤਾਂ ਹੁੰਦੀਆਂ। ਉਹ ਮਹਾਰਾਜ ਨੂੰ ਕਹਿੰਦਾ ਤੁਹਾਡੀ ਕਿਰਪਾ ਨਾਲ ਸਭ ਕੁਝ ਪ੍ਰਾਪਤ ਹੋਇਆ। ਇੱਥੋਂ ਇਹ ਪਤਾ ਲੱਗਦਾ ਹੈ ਕਿ ਜਿਸ ਔਰੰਗਜ਼ੇਬ ਨੇ ਸਾਰੀ ਜ਼ਿੰਦਗੀ ਮਹਾਰਾਜ ਨਾਲ ਵੈਰ ਕੀਤਾ, ਲੇਕਿਨ ਜਦ ਉਹਦਾ ਪੁੱਤਰ ਨੀਵਾਂ ਹੋ ਕੇ ਸਤਿਗੁਰਾਂ ਦੀ ਸ਼ਰਨ ਆਇਆ ਤੇ ਪੁਰਾਣੇ ਸਾਰੇ ਵੈਰ ਭੁਲਾ ਕੇ ਉਹਦੀ ਇਮਦਾਦ ਵਾਸਤੇ ਹਾਂ ਕਰ ਦਿੱਤੀ ਗੁਰਦੇਵ ਪਾਤਸ਼ਾਹ ਮਹਾਰਾਜ। ਇਹ ਦਿਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਔਰ ਉਹਨੇ ਬਹੁਤ ਸਤਿਕਾਰ ਕੀਤਾ। ਬੜੀਆਂ ਕੀਮਤੀ ਚੀਜ਼ਾਂ
ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਤੀਆਂ। ਉਹ ਸ਼ਸਤਰ ਜਿਹੜਾ ਕਦੇ ਇਰਾਨ ਦੇ ਬਾਦਸ਼ਾਹ ਕੋਲ ਸੀ, ਕਈ ਬਾਦਸ਼ਾਹ ਤੋਂ ਹੁੰਦਾ ਹੋਇਆ ਉਹ ਸ਼ਹਿਜ਼ਾਦਾ ਮੁਅੱਜ਼ਮ ਤੱਕ ਆਇਆ, ਉਹ ਵੀ ਮਹਾਰਾਜ ਨੂੰ ਭੇਟ ਕੀਤਾ। ਅੱਜ ਕੱਲ੍ਹ ਆਪਾਂ ਤਖਤ ਕੇਸਗੜ੍ਹ ਦੇ ਦਰਸ਼ਨ ਕਰਦੇ ਹਾਂ। 60,000 ਰੁਪਏ ਨਗਦ ਮੱਥਾ ਟੇਕਿਆ। ਇੰਨੀ ਵੱਡੀ ਵਡਿਆਈ ਵੇਖ ਕੇ ਉੱਥੇ ਕੁਝ ਬੰਦੇ ਸੜ ਬਲ ਗਏ, ਈਰਖਾ ਵਿੱਚ ਆ ਗਏ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਿੱਖ ਧਰਮ ਦਾ ਪੈਗੰਬਰ ਬਾਦਸ਼ਾਹ ਇੰਨਾ ਸਤਿਕਾਰ ਕਰ ਰਿਹਾ ਹੈ, ਇਹ ਤਾਂ ਸਾਡੇ ਧਰਮ ਦੇ ਉਲਟ ਜਾ ਰਹੀ ਗੱਲ, ਹੋਰ ਤਾਂ ਕੁਝ ਕਰ ਨਹੀਂ ਸੀ ਸਕਦੇ। ਉਹਨਾਂ ਮਹਾਰਾਜ ਜੀ ਨਾਲ ਵਿਦਵਾਨਗੀ ਝਾੜਨੀ ਸ਼ੁਰੂ ਕਰ ਦਿੱਤੀ, ਮਹਾਰਾਜ ਉੱਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਨੀਅਤ ਇਹ ਸੀ ਵੀ ਮਹਾਰਾਜ ਨੂੰ ਝੁਕਾਇਆ ਜਾਏ। ਪਹਿਲਾ ਸਵਾਲ ਇਹ ਸੀ, ਮਹਾਰਾਜ ਜਿਹੜਾ ਮੁਸਲਮਾਨ ਬਾਹਰੀ ਤੌਰ ਤੇ ਸਹੀ ਹੈ, 5 ਵਕਤ ਦੀ ਨਮਾਜ਼ ਪੜ੍ਹਦਾ ਹੈ, ਕਲਮੇ ਦਾ ਧਾਰਨੇ ਹੈ, ਦਰਗਾਹ ਵਿੱਚ ਉਹਦੇ ਵਾਸਤੇ ਦਰਵਾਜ਼ੇ ਖੁੱਲੇ ਹੋਣਗੇ, ਉਹਨੂੰ ਤਾਂ ਕੋਈ ਰੋਕ ਨਹੀਂ ਹੈ, ਤੁਸੀਂ ਪੈਗੰਬਰ ਹੋ। ਮਹਾਰਾਜ ਕਹਿੰਦੇ ਬਿਲਕੁਲ ਇਹ ਤੁਹਾਡਾ ਭਰਮ ਹੈ। ਬੜੀ ਵੱਡੀ ਗੱਲ ਮਹਾਰਾਜ ਨੇ ਕਹੀ, ਕਿਉਂਕਿ ਉਹ ਇਸਲਾਮ ਦੀ ਪ੍ਰਤੀਨਿਧਤਾ ਕਰ ਰਹੇ ਸਨ। ਮਹਾਰਾਜ ਕਹਿੰਦੇ ਤੁਹਾਡਾ ਭਰਮ ਹੈ। ਮਹਾਰਾਜ ਉਹ ਕਹਿੰਦੇ ਕਿਵੇਂ? ਗੁਰਦੇਵ ਪਾਤਸ਼ਾਹ ਨੇ ਇੱਕ ਮੋਹਰ ਉਹਨਾਂ ਨੂੰ ਦਿੱਤੀ, ਕਿਹਾ ਵੀ ਇਹਦਾ ਕੁਝ ਖਰੀਦ ਕੇ ਲਿਆਓ। ਉਹ ਵਾਪਸ ਆ ਗਏ, ਕਹਿੰਦੇ ਚੱਲੀ ਨਹੀਂ। ਮਹਾਰਾਜ ਕਹਿੰਦੇ ਤੁਹਾਡੇ ਸਵਾਲ ਦਾ ਜਵਾਬ, ਇਸ ਮੋਹਰ ਉੱਤੇ ਬੇਸ਼ੱਕ ਬਾਦਸ਼ਾਹ ਦੀ ਸਟੈਂਪ ਲੱਗੀ ਹੋਈ ਹੈ, ਪਰ ਦੁਕਾਨਦਾਰਾਂ ਇਹਦਾ ਮੁੱਲ ਤਾਂ ਨਹੀਂ ਪਾਇਆ ਕਿਉਂਕਿ ਇਹਦੀ ਧਾਤ ਖੋਟੀ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਬੰਦਾ ਜਿੰਨੇ ਮਰਜ਼ੀ ਬਾਹਰੀ ਤੌਰ ਤੇ ਧਰਮ ਦੇ ਕਰਮ ਕਰੀ ਜਾਵੇ, ਬਾਹਰ ਵਿਖਾਵਾ ਕਰੀ ਜਾਵੇ, ਜੇ ਉਹਦੀ ਨੀਅਤ ਖੋਟੀ ਹੈ ਤੇ ਪਰਮੇਸ਼ਰ ਦੀ ਦਰਗਾਹ ਵਿੱਚ ਉਹਨੂੰ ਮਾਣ ਨਹੀਂ ਮਿਲੇਗਾ। ਇਸ ਕਰਕੇ ਅੰਦਰੂਨੀ ਕਰਮਾਂ ਨੂੰ ਸੁਧਾਰਨਾ ਪਵੇਗਾ, ਭਾਵੇਂ ਧਰਮ ਕੋਈ ਵੀ ਹੋਵੇ। ਇਹ ਗੱਲ ਕੇਵਲ ਗੁਰੂ ਕਲਗੀਧਰ ਪਾਤਸ਼ਾਹ ਕਹਿ ਸਕਦੇ। ਦੂਸਰਾ ਸਵਾਲ, ਮਹਾਰਾਜ ਤੁਸੀਂ ਪੈਗੰਬਰ ਹੋ, ਮੌਜਜ਼ੇ ਤੋਂ ਬਿਨਾਂ, ਕਰਾਮਾਤ ਤੋਂ ਬਿਨਾਂ ਪੈਗੰਬਰ ਨੂੰ ਮੰਨਿਆ ਨਹੀਂ ਜਾਂਦਾ। ਔਰ ਕੋਈ ਕਰਾਮਾਤ? ਮਹਾਰਾਜ ਕਹਿੰਦੇ ਕਰਾਮਾਤਾਂ ਦੇ ਕਈ ਪੱਖ ਹੁੰਦੇ ਹੈ, ਪਰ ਸਾਡੀ ਨਿਗਾਹ ਦੇ ਵਿੱਚ ਸਭ ਤੋਂ ਵੱਡੀ ਕਰਾਮਾਤ ਸ਼ਕਤੀ ਹੁੰਦੀ ਹੈ, ਜਿਹਨੂੰ ਸਾਰੀਆਂ ਸ਼ਕਤੀਆਂ ਝੁਕਦੀਆਂ ਨੇ, ਤੇ ਉਹ ਸ਼ਕਤੀ ਬਾਦਸ਼ਾਹ ਦੇ ਰੂਪ ਵਿੱਚ ਤੁਹਾਡੇ ਸਾਹਮਣੇ। ਹੁਣ ਪੂਰੇ ਦੇਸ਼ ਦਾ ਕੰਟਰੋਲ ਇਹਦੇ ਹੱਥਾਂ ਵਿੱਚ ਹੈ, ਔਰ ਇਹਦੇ ਰਹਿਮੋ ਕਰਮ ਤੇ ਕੋਈ ਅਮੀਰ ਹੋ ਸਕਦਾ ਤੇ ਕੋਈ ਫਾਂਸੀ ਤੇ ਲਟਕਾਇਆ ਜਾ ਸਕਦਾ। ਇਹ ਸ਼ਕਤੀ ਹੈ। ਕਹਿੰਦੇ ਨਹੀਂ ਮਹਾਰਾਜ, ਇਹਦੇ ਨਾਲ ਸਾਡੀ ਤਸੱਲੀ ਨਹੀਂ ਹੁੰਦੀ। ਹਜ਼ੂਰ ਪਾਤਸ਼ਾਹ ਨੇ ਮੋਹਰ ਕੱਢੀ, ਕਹਿੰਦੇ ਆਹ ਜਿਹੜੀ ਦੌਲਤ ਹੈ ਇਹ ਵੀ ਇੱਕ ਦੁਨੀਆ ਵਿੱਚ ਵੱਡੀ ਸ਼ਕਤੀ ਹੈ। ਕਹਿੰਦੇ ਮਹਾਰਾਜ ਇਹਦੇ ਨਾਲ ਵੀ ਸਾਡੀ ਗੱਲ ਨਹੀਂ ਬਣੀ। ਦਰਅਸਲ ਮਹਾਰਾਜ ਨੇ ਵੇਖ ਲਿਆ ਵੀ ਵਿਦਵਾਨਗੀ ਦੇ ਬਹਾਨੇ ਇਹ ਸਾਡੇ ਉੱਤੇ ਆਪਣਾ ਰੋਹਬ ਜਮਾਉਣ ਚਾਹੁੰਦੇ ਨੇ। ਮਹਾਰਾਜ ਨੇ ਫਿਰ ਤਲਵਾਰ ਕੱਢ ਕੇ ਆਖਿਆ, ਕਾਜੀ ਸਾਹਿਬ ਫਿਰ ਆਹ ਸਭ ਤੋਂ ਵੱਡੀ ਸ਼ਕਤੀ ਹੈ। ਜੇ ਗੁਲਾਮ ਹੋਈਆਂ ਕੌਮਾਂ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸ਼ਸਤਰ ਨੂੰ ਆਪਣੇ ਪੀਰ ਮੰਨ ਕੇ ਸੰਘਰਸ਼ ਕਰਨ ਲੱਗ ਪੈਣ, ਤੇ ਉਹ ਆਪਣੀਆਂ ਮੰਜ਼ਿਲੇ ਮਕਸੂਦ ਤੇ ਪਹੁੰਚ ਸਕਦੀਆਂ ਨੇ। ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ। ਤੇਗ ਮਿਆਨੋਂ ਕੱਢ ਗੁਰੂ ਜੀ ਕਹਿਣ ਮੌਲਵੀ ਨੂੰ, ਤੇਗ ਵੇਖ ਕੇ ਡੋਬ ਕਾਲਜੇ ਪੈਣ ਮੌਲਵੀ ਨੂੰ। ਉਹ ਕੰਬ ਰਿਹਾ ਕਿਉਂ ਹੁਣ ਤੇਰਾ ਹੰਕਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ। ਤੇਗ ਮਿਆਨੋਂ ਕੱਢ ਗੁਰੂ ਜੀ ਕਹਿਣ ਮੌਲਵੀ ਨੂੰ, ਤੇਗ ਵੇਖ ਕੇ ਡੋਬ ਕਾਲਜੇ ਪੈਣ ਮੌਲਵੀ ਨੂੰ। ਉਹ ਕੰਬ ਰਿਹਾ ਕਿਉਂ ਹੁਣ ਤੇਰਾ ਹੰਕਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ। ਦੇਸ਼ ਦਾ ਮਾਲਿਕ ਬਾਦਸ਼ਾਹ ਵੀ ਕਰਾਮਾਤ ਹੁੰਦੀ,
ਜਿਸਮ ਇੱਕ ਦੇ ਟੋਟੇ ਕਰਕੇ ਚਾਲ ਵਿਖਾ ਦਈਏ ਪਰਾ ਚ ਦੇਂਦੀ ਪਾਣੀਓ ਦੁੱਧ ਨਤਾਰ ਮੌਲਵੀ ਜੀ ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ ਇਹੋ ਚੰਡਕਾ ਗਊ ਗਰੀਬ ਦੀ ਹਾਮੀ ਭਰਦੀ ਏ ਮਾੜਾ ਮਰਦਾ ਵੇਖ ਕੇ ਇਹਦੇ ਵੀ ਨਾ ਜਲਦੀ ਏ ਰਣ ਤੱਤੇ ਵਿੱਚ ਕਦੇ ਨਾ ਮੰਨਦੀ ਹਾਰ ਮੌਲਵੀ ਜੀ ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ ਮਿੰਟਾਂ ਕੀਤਿਆਂ ਜੇ ਨਾ ਸੋਝੀ ਪਵੇ ਮਕਾਰਾਂ ਨੂੰ ਮਿੰਟਾਂ ਦੇ ਵਿੱਚ ਦਿੰਦੀ ਹੈ ਇਹ ਸੋਧ ਗਦਾਰਾਂ ਨੂੰ ਉਹ ਟਲ ਜਾ ਕਹਿੰਦੇ ਗੁਰਮੁਖ ਤੇ ਸਰਦਾਰ ਮੌਲਵੀ ਜੀ ਟਲ ਜਾ ਕਹਿੰਦੇ ਗੁਰਮੁਖ ਤੇ ਸਰਦਾਰ ਮੌਲਵੀ ਜੀ ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ ਤਲਵਾਰ ਤੋਂ ਭਾਵ ਸ਼ਕਤੀ। ਜਿਹੜੀਆਂ ਕੌਮਾਂ ਸ਼ਕਤੀਸ਼ਾਲੀ ਹੁੰਦੀਆਂ ਨੇ ਸੰਸਾਰ ਉਹਨਾਂ ਦੀ ਪੂਜਾ ਕਰਦਾ ਹੈ, ਲੇਕਿਨ ਸ਼ਕਤੀ ਨੂੰ ਹਥਿਆਉਣ ਵਾਸਤੇ ਏਕਤਾ, ਨਿਸ਼ਚਾ, ਦ੍ਰਿੜਤਾ, ਸਤਿਗੁਰਾਂ ਤੇ ਭਰੋਸਾ, ਇਹ ਚੀਜ਼ਾਂ ਬੜੀਆਂ ਕਿਸੇ ਕੌਮ ਵਾਸਤੇ ਜ਼ਰੂਰੀ ਹੁੰਦੀਆਂ ਨੇ। ਜੇ ਕੌਮ ਦੀ ਲੀਡਰਸ਼ਿਪ ਜਿਹੜੀ ਸੰਘਰਸ਼ ਦੀ ਅਗਵਾਈ ਕਰ ਰਹੀ ਹੋਵੇ, ਉਹਦੇ ਵਿੱਚ ਪਿਆਰ ਤਫਾਕ ਏਕਤਾ ਨਾ ਹੋਵੇ, ਮੰਜ਼ਿਲ ਦੂਰ ਚਲੀ ਜਾਇਆ ਕਰਦੀ ਹੈ। ਸੋ ਆਓ ਅਗਲਾ ਜਿਹੜਾ ਪ੍ਰੋਗਰਾਮ ਹੈ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਸਟੇਟ ਸਕੱਤਰ ਸਾਹਿਬ ਉਹਨਾਂ ਤੋਂ ਸਰਵਣ ਕਰੋ। ਕੱਲ ਦੇ ਦੀਵਾਨ ਵਿੱਚ ਫਿਰ ਆਪ ਜੀ ਨਾਲ ਸਾਂਝੇ ਹੋਵਾਂਗੇ ਔਰ ਸਟੇਟ ਸਕੱਤਰ ਸਾਹਿਬ ਕਵੀਸ਼ਰੀ ਵੀ ਗਾ ਲੈਂਦੇ ਨੇ, ਤਾਂ ਉਹਨਾਂ ਨੂੰ ਬੇਨਤੀ ਕਰਾਂਗੇ ਕਿਸੇ ਇੱਕ ਦੀਵਾਨ ਵਿੱਚ ਉਹ ਜ਼ਰੂਰ ਆਪਣਾ ਕਵੀਸ਼ਰੀ ਰਾਹੀਂ ਉਹ ਸ਼ੌਂਕ ਵੀ ਜ਼ਾਹਰ ਕਰਨ। ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਾਰੀ ਗੁਰੂ ਕੀ ਸੰਗਤ ਦਾ, ਉਪਲ ਸਾਹਿਬ ਜੀ ਦਾ ਔਰ ਚੈਨਲ ਪੰਜਾਬੀ ਜਿਨ੍ਹਾਂ ਦੇ ਥਰੂ ਤੁਹਾਡੇ ਦਰਸ਼ਨਦਾਰ ਕੀਤੇ ਜਾਂਦੇ, ਤੁਹਾਡੇ ਘਰਾਂ ਤੱਕ ਪਹੁੰਚਿਆ ਜਾਂਦਾ ਹੈ। ਬੀਬੀ ਬਲਜੀਤ ਕੌਰ ਜੀ ਸੰਧੂ ਉਹਨਾਂ ਦਾ ਢਾਡੀ ਜੱਥਾ ਆ ਪਹੁੰਚਿਆ, ਉਹਨਾਂ ਦੇ ਵੀ ਧੰਨਵਾਦੀ ਹਾਂ। ਸਮੁੱਚੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।